26 ਤਰੀਕ ਨੂੰ ਹੋਇਆ ਉਹ ਘਟਨਾਵਾਂ ਦਾ ਅਸੀਂ ਸਮਰਥਨ ਨਹੀਂ ਕਰਦੇ, ਕਿਉਂਕਿ ਜੋ ਵੀ ਹੋਇਆ ਉਹਦੇ ਵਿੱਚ ਸਰਕਾਰ ਨੇ ਆਪਣੇ ਕੁਝ ਬੰਦੇ ਫਿੱਟ ਕਰਕੇ ਇਸ ਅੰਦੋਲਨ ਨੂੰ ਇੱਕ ਅਲੱਗ ਤਰ੍ਹਾਂ ਦੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਸਰਕਾਰ ਨੂੰ ਮੂੰਹ ਦੀ ਖਾਣੀ ਪਈ ਆ, ਉਹ ਇਸ ਏਜੰਡੇ ਵਿੱਚ ਬਿਲਕੁਲ ਬੁਰੀ ਤਰ੍ਹਾਂ ਨਾਲ ਫੇਲ ਹੋਈ ਆ। ਮੈਂ ਤਾਂ ਪੁੱਛਣਾ ਚਾਹੁੰਦਾ, ਜੇ ਇਸ ਲਾਲ ਕਿਲ੍ਹੇ ਨੂੰ ਤੁਸੀਂ ਪਬਲਿਕ ਪ੍ਰਾਪਰਟੀ ਕਹਿੰਦੇ ਹੋ, ਉਹ ਪਹਿਲਾਂ ਸਪਸ਼ਟ ਕਰੋ। ਜੇ ਪਬਲਿਕ ਪ੍ਰਾਪਰਟੀ ਆ ਤੇ ਇੱਕ PM ਨਰਿੰਦਰ ਮੋਦੀ ਦਾ ਕਿਵੇਂ ਹੱਕ ਬਣ ਗਿਆ ਕਿ ਉਹਨੂੰ ਲੀਜ਼ ਤੇ ਦੇ ਦੇਵੇ? ਆਜ਼ਾਦੀ ਵੇਲੇ ਅਸੀਂ ਇਹ ਚੀਜ਼ ਸੋਚ ਸਕਦੇ ਸੀ ਕਿ ਉਹ ਬਗਾਨੇ ਮੁਲਕ ਦੇ ਸੀ, ਪਰ ਅੱਜ ਆਪਣੇ ਹੀ ਮੁਲਕ ਦੇ ਜਿਹੜੇ ਬੰਦੇ ਸਾਡੇ ਨਾਲ ਜੋ ਵਿਵਹਾਰ ਕਰਦੇ ਨੇ ਅਤੀ ਨਿੰਦਣਯੋਗ ਹੈ। ਗੱਲ ਇਹ ਕੀਤੀ ਜਾਂਦੀ ਹੈ ਕਿ ਮੋਦੀ ਸਾਹਿਬ ਨੇ ਚਾਹ ਵੇਚੀ। ਮੋਦੀ ਸਾਹਿਬ ਬਹੁਤ ਤਪੱਸਵੀ ਬੰਦੇ ਨੇ, ਇੱਕ ਤਰ੍ਹਾਂ ਨਾਲ ਇੱਕ ਅਵਤਾਰ ਬਣਾ ਕੇ ਇੰਟਰਵਿਊਆਂ 'ਚ ਪੇਸ਼ ਕੀਤਾ ਜਾਂਦਾ। ਲੋਕ ਪੱਖੀ ਗੱਲ ਤਾਂ ਉਹਨਾਂ ਦੀ ਇੰਟਰਵਿਊ 'ਚ ਹੁੰਦੀ ਨਹੀਂ। ਇਹ ਦੇਸ਼ ਇੱਕ ਨਾ ਜਿਹੜਾ ਫਿਰਕੂਵਾਦ ਦੇ ਦੌਰ ਵੱਲ ਵੱਧ ਰਿਹਾ ਤੇ ਉਸ ਨੂੰ ਰੋਕਣਾ, ਤੇ ਹੁਣ ਸਮਾਂ ਵੀ ਹੈ, ਮੌਕਾ ਵੀ ਹੈ, ਤੇ ਸਭ ਨੂੰ ਇਕਮੁੱਠ ਹੋ ਕੇ ਆਪਾਂ ਨੂੰ ਇਹਨੂੰ ਰੋਕਣਾ ਪਵੇਗਾ। ਤੁਸੀਂ ਕਰੋਨਾ ਦੇ ਦੌਰ ਵਿੱਚ ਦੇਖਿਆ ਹੋਣਾ ਕਿ ਲੋਕ ਜਿਹੜੇ ਭੁੱਖ ਨਾਲ ਸਤਾਏ ਹੋਏ ਸੀ, ਨਿਸ਼ਾਨ ਸਾਹਿਬ ਦੇਖ ਕੇ ਉੱਧਰ ਨੂੰ ਦੌੜਦੇ ਸੀ। ਉਸ ਦੌਰ ਵਿੱਚ ਇਹਨਾਂ ਨੂੰ ਨਿਸ਼ਾਨ ਸਾਹਿਬ ਖਾਲਿਸਤਾਨ ਦਾ ਝੰਡਾ ਨਹੀਂ ਲੱਗਾ, ਤੇ ਜਦੋਂ ਸਾਡੇ ਆਪਣੇ ਹੱਕਾਂ ਦੀ ਗੱਲ ਆਉਂਦੀ ਹੈ ਤੇ ਇਹਨਾਂ ਨੂੰ ਨਿਸ਼ਾਨ ਸਾਹਿਬ ਖਾਲਿਸਤਾਨ ਦਿਸਣ ਲੱਗ ਪੈਂਦਾ। ਇਸ ਤਿਰੰਗੇ ਦੀ ਆਨ ਬਾਨ ਤੇ ਸ਼ਾਨ ਦੀ ਗੱਲ ਇਹ ਗੁਜਰਾਤੀ ਕਰਦੇ ਨੇ। ਮੈਨੂੰ ਦੱਸ ਦੇਣ ਆਜ਼ਾਦੀ ਵਿੱਚ ਕਿੰਨੀਆਂ ਕਿ ਇਹਨਾਂ ਦੀਆਂ ਕੁਰਬਾਨੀਆਂ ਨੇ। ਇੱਥੇ ਕੁਝ ਚਿਰ ਲਈ ਧੱਕੇਸ਼ਾਹੀ ਹੋ ਸਕਦੀ ਹੈ ਜੇ ਸੋਚਣ ਕਿ ਸਾਨੂੰ ਖਰੇ ਇੱਥੇ ਕੋਈ ਪੱਕੀਆਂ ਗੱਦੀਆਂ ਮਿਲ ਗਈਆਂ ਤੇ 24 ਵਿੱਚ ਲੋਕ ਇਹਨਾਂ ਨੂੰ ਦੱਸ ਦੇਣਗੇ ਕਿ ਤੁਸੀਂ ਕੀ ਕਰ ਰਹੇ ਸੀ। ਹਲਚਲ ਟੂਡੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਕੀਰਤੀ। ਤੇ ਲਗਾਤਾਰ ਕਿਸਾਨੀ ਅੰਦੋਲਨ ਦੇ ਵਿੱਚ ਉਤਰਾਅ ਚੜ੍ਹਾਅ ਆ ਰਹੇ ਸੀ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਿਕਲ ਕੇ ਵੀ ਬਾਹਰ ਆ ਰਹੀਆਂ ਸੀਗੀਆਂ ਕਿ ਕਿਸਾਨੀ ਅੰਦੋਲਨ ਨੂੰ ਕੋਈ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੇ ਬਹੁਤ ਸਾਰੀਆਂ ਘਟਨਾਵਾਂ ਸੋਸ਼ਲ ਮੀਡੀਆ ਤੇ ਜਿਹੜੀਆਂ ਉਜਾਗਰ ਹੋ ਰਹੀਆਂ, ਕਿਉਂਕਿ ਮੀਡੀਆ ਜਿਹੜਾ ਬਹੁਤਾ ਖਾਸਾ ਜਿਹੜੀਆਂ ਚੀਜ਼ਾਂ ਸਾਨੂੰ ਉੱਥੇ ਦਾ ਨਹੀਂ ਦਿਖਾ ਪਾ ਰਿਹਾ, ਸੱਚਾਈ ਜਿਹੜੀ ਉਹ ਨਹੀਂ ਦਿਖਾ ਪਾ ਰਿਹਾ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਕਿਤੇ ਨਾ ਕਿਤੇ ਅਣਦੇਖੀਆਂ ਰਹਿ ਜਾਂਦੀਆਂ ਨੇ। ਕਿ ਜਿਹੜੀਆਂ ਚੀਜ਼ਾਂ ਮੀਡੀਆ ਦਿਖਾਉਣਾ ਚਾਹੁੰਦਾ ਉੱਥੇ ਦਾ, ਸਪੈਸ਼ਲੀ ਦਿੱਲੀ ਦਾ ਮੀਡੀਆ, ਜੋ ਚੀਜ਼ਾਂ ਨੈਸ਼ਨਲ ਮੀਡੀਆ ਦਿਖਾਉਣਾ ਚਾਹੁੰਦਾ ਉਹ ਅਸੀਂ ਨਹੀਂ ਦੇਖਣਾ ਚਾਹੁੰਦੇ। ਤੇ ਸੱਚਾਈ ਕੀ ਹੈ, ਕਿਉਂਕਿ ਸਾਡੇ ਨਾਲ ਕਿਸਾਨ ਆਗੂ ਖੜੇ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਜਿਹੜੀ ਉਹ ਜ਼ਰੂਰ ਕਰਾਂਗੇ ਕਿ ਉੱਥੇ ਲੋਕਾਂ ਨੂੰ ਅਰੈਸਟ ਕੀਤਾ ਜਾ ਰਿਹਾ, ਲੋਕਾਂ 'ਤੇ ਤਸ਼ੱਦਦ ਢਾਏ ਜਾ ਰਹੇ ਨੇ, ਤੇ ਆਲਾ ਦੁਆਲਾ ਜਿਹੜਾ ਪਿੰਡ ਹੈ, ਆਲੇ ਦੁਆਲੇ ਗੁਆਂਢ 'ਚ ਪਿੰਡ ਵੀ ਨੇ, ਉਹ ਵੀ ਅੱਜ ਕੱਲ੍ਹ ਚੀਜ਼ਾਂ ਆ ਰਹੀਆਂ ਨੇ ਨਿਕਲ ਕੇ ਕਿ ਉਹ ਲੋਕਾਂ ਨੂੰ ਉੱਥੋਂ ਉਠਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਪੁਲਿਸ ਇਹਦੇ ਵਿੱਚ ਆਪਣਾ ਸਾਥ ਜਿਹੜਾ ਬਾਖੂਬੀ ਸਰਕਾਰ ਦਾ ਨਿਭਾ ਰਹੀ ਹੈ। ਸੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੀ ਕਿਸਾਨੀ ਆਗੂ ਕੁਲਵਿੰਦਰ ਜੀ ਹੋਰਾਂ ਦੇ ਨਾਲ ਕਰਾਂਗੇ। ਸਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕਿੱਦਾਂ, ਠੀਕ ਠਾਕ ਹੋ? ਪਹਿਲਾਂ ਤਾਂ ਠੀਕ ਠਾਕ। ਕੀ ਮਾਹੌਲ ਲੱਗਦਾ ਹੈ, ਕਿਉਂਕਿ 26 ਨੂੰ ਜੋ ਵਾਪਰਿਆ, ਜੋ 26 ਜਨਵਰੀ 2021 ਨੂੰ ਇਤਿਹਾਸ ਵੀ ਬਣ ਗਿਆ, ਬਹੁਤ ਸਾਰੀਆਂ ਚੀਜ਼ਾਂ ਵੀ ਨਿਕਲ ਕੇ ਸਾਹਮਣੇ ਆਈਆਂ। ਕਿਸਾਨਾਂ 'ਤੇ ਤਸ਼ੱਦਦ ਵੀ ਜਿਹੜਾ ਜਿਵੇਂ ਖੱਟਰ ਸਰਕਾਰ ਨੇ ਢਾਇਆ ਸੀ ਤੇ ਉਹ ਮੋਦੀ ਨੇ ਵੀ ਘੱਟ ਨਹੀਂ ਕੀਤਾ, ਉਹਨੂੰ ਕਿਵੇਂ ਦੇਖਦੇ ਹੋ? ਬਿਲਕੁਲ ਜੀ, ਜੋ 26 ਤਰੀਕ ਨੂੰ ਹੋਇਆ ਉਹ ਘਟਨਾਵਾਂ ਦਾ ਅਸੀਂ ਸਮਰਥਨ ਨਹੀਂ ਕਰਦੇ, ਕਿਉਂਕਿ ਜੋ ਵੀ ਹੋਇਆ ਉਹਦੇ ਵਿੱਚ ਸਰਕਾਰ ਨੇ ਆਪਣੇ ਕੁਝ ਬੰਦੇ ਫਿੱਟ ਕਰਕੇ ਇਸ ਅੰਦੋਲਨ ਨੂੰ ਇੱਕ ਅਲੱਗ ਤਰ੍ਹਾਂ ਦੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਰੰਗਤ ਇਹਨਾਂ ਨੇ ਇਹ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਸਿੱਖ ਵਾਸੇ 'ਚ ਹਿੰਦੂ ਦਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਪਰ ਉਸ ਤੋਂ ਬਾਅਦ ਜਿਵੇਂ ਘਟਨਾਕ੍ਰਮ ਹੋਇਆ ਜਾਂ ਟਕੈਤ ਸਾਹਿਬ ਨੇ ਇਹਦੇ ਹੱਕ ਵਿੱਚ ਖੜਨਾ, ਜਾਂ ਉਹਨਾਂ ਦੇ ਹੰਝੂ ਜੋ ਪੂਰੇ ਇੱਕ ਨਾ ਅੰਦੋਲਨ ਨੂੰ ਜੋ ਇੱਕ ਵਾਰ ਡਗਮਗਾ ਗਿਆ ਸੀਗਾ, ਉਹਨੂੰ ਇੱਕ ਵਾਰ ਇਕੱਠਿਆਂ ਕਰਨ ਵਿੱਚ ਟਕੈਤ ਸਾਹਿਬ ਤੇ ਸਾਰੀ ਜਿਹੜੀ ਕਿਸਾਨ ਭਾਈਚਾਰਾ, ਉਹ ਕਿਉਂਕਿ ਕਿਸਾਨ ਦਾ ਕੋਈ ਧਰਮ ਨਹੀਂ ਹੁੰਦਾ, ਕਿਸਾਨ ਉਹਦਾ ਧਰਮ ਆ। ਜੇ ਮੇਨ ਧਰਮ ਆ ਤਾਂ ਉਹਦਾ ਕਿਸਾਨੀ ਧਰਮ ਹੈ। ਇਸ ਤੋਂ ਇਲਾਵਾ ਉਹ ਕਿਸਾਨ ਦਾ ਕੋਈ ਧਰਮ ਨਹੀਂ। ਹਰ ਕੋਈ ਧਰਮ ਦਾ ਜਿਹੜਾ ਇਨਸਾਨ ਆ ਕਿਸਾਨੀ ਕਰਦਾ, ਉਹਦਾ ਮੇਨ ਧਰਮ ਜਿਹੜਾ ਕਿਸਾਨੀ ਆ। ਸੋ ਸਰਕਾਰ ਨੇ ਜੋ ਇਸ ਨੂੰ ਇੱਕ ਅਲੱਗ ਤਰ੍ਹਾਂ ਦੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਆ, ਹਰ ਇੱਕ ਭਾਈਚਾਰੇ ਨੇ, ਹਰ ਇੱਕ ਵਰਗ ਨੇ ਉਹਨੂੰ ਸਮਝਿਆ ਤੇ ਉਹਨੂੰ ਬਿਲਕੁਲ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਆ। ਉਹ ਇਸ ਏਜੰਡੇ ਵਿੱਚ ਬਿਲਕੁਲ ਬੁਰੀ ਤਰ੍ਹਾਂ ਨਾਲ ਫੇਲ ਹੋਈ ਆ। ਤੇ ਜਿੱਥੋਂ ਤੱਕ ਗੱਲ ਕਰ ਲਈਏ ਕਾਨੂੰਨ ਵਿਵਸਥਾ ਦੀ, ਤੇ ਮੈਨੂੰ ਨਹੀਂ ਲੱਗਦਾ, ਕਿਉਂਕਿ ਜਿਸ ਤਰ੍ਹਾਂ ਉੱਥੇ ਕੰਧਾਂ ਖੜੀਆਂ ਕੀਤੀਆਂ ਜਾ ਰਹੀਆਂ ਨੇ ਤੇ ਸਰੀਏ ਰਾਹਾਂ ਵਿੱਚ ਸਰੀਏ ਲਾਏ ਜਾ ਰਹੇ ਨੇ, ਇੱਕ ਨਾ ਲੋਕਤੰਤਰਿਕ ਦੇਸ਼ ਵਿੱਚ ਇਹੋ ਜਿਹਾ ਵਰਤਾਰਾ
ਕਿਉਂਕਿ ਇੱਕ ਪਾਸੇ ਤਾਂ ਜਦੋਂ ਜੇ ਆਪਾਂ ਇਹਨੂੰ ਕਹਿ ਲੈਂਦੇ ਕਿ ਪਬਲਿਕ ਪ੍ਰਾਪਰਟੀ ਆ, ਜਿਹੜੇ ਹਾਈਵੇ ਨੇ ਉਹ ਪਬਲਿਕ ਪ੍ਰਾਪਰਟੀ ਹੁੰਦੇ ਨੇ, ਉਹਦੇ ਉੱਤੇ ਜੇ ਕੋਈ ਐਜੀਟੇਸ਼ਨ ਵੀ ਕਰਦਾ ਤੇ ਉਹਦੇ ਤੇ ਕਾਨੂੰਨੀ ਕਾਰਵਾਈ ਹੁੰਦੀ ਆ। ਤੇ ਦੂਜੇ ਪਾਸੇ ਜੇ ਸਰਕਾਰਾਂ ਹੀ ਉਹ ਹਾਈਵੇ ਤੇ ਕੰਧਾਂ ਉਸਾਰ ਦੇਣ, ਉਹਨੂੰ ਰੋਕਣ ਲਈ ਕੋਈ ਇਹੋ ਜਿਹੇ ਜੀ ਤੁਹਾਨੂੰ ਨਹੀਂ ਲੱਗਦਾ ਬੜਾ ਵੱਡਾ ਸਵਾਲ ਸਰਕਾਰ ਲਈ ਵੀ ਖੜਾ ਹੋ ਜਾਂਦਾ ਵੀ ਜਦੋਂ 26 ਜਨਵਰੀ ਨੂੰ ਦੀਪ ਸਿੱਧੂ ਆਪਣੇ ਸਾਥੀਆਂ ਦੇ ਨਾਲ ਲਾਲ ਕਿਲੇ ਜਾਂਦਾ, ਉਦੋਂ ਅਫਵਾਹਾਂ ਆਉਂਦੀਆਂ ਨੇ ਵੀ ਇਹਨਾਂ ਨੇ ਭਾਈ ਪਬਲਿਕ ਪ੍ਰਾਪਰਟੀ ਨੂੰ ਬੜਾ ਨੁਕਸਾਨ ਪਹੁੰਚਾਤਾ, ਇਹਨਾਂ ਨੇ ਬੜਾ ਨੁਕਸਾਨ ਪਹੁੰਚਾਤਾ, ਇਦਾਂ ਕਰ ਨਹੀਂ ਸਕਦੇ, ਇਹਨਾਂ ਤੇ ਮੁਕੱਦਮੇ ਕਰੋ। ਤੇ ਹੁਣ ਸਰਕਾਰ ਕੀ ਕਰਦੀ ਪਈ? ਮੈਂ ਤਾਂ ਪੁੱਛਣਾ ਚਾਹੁੰਦਾ, ਜੇ ਇਸ ਲਾਲ ਕਿਲੇ ਨੂੰ ਤੁਸੀਂ ਪਬਲਿਕ ਪ੍ਰਾਪਰਟੀ ਕਹਿੰਦੇ ਹੋ, ਉਹ ਪਹਿਲਾਂ ਸਪਸ਼ਟ ਕਰੋ। ਜੇ ਪਬਲਿਕ ਪ੍ਰਾਪਰਟੀ ਆ ਤੇ ਇੱਕ PM ਨਰਿੰਦਰ ਮੋਦੀ ਦਾ ਕਿਵੇਂ ਹੱਕ ਬਣ ਗਿਆ ਕਿ ਉਹਨੂੰ ਲੀਜ਼ ਤੇ ਦੇ ਦੇਵੇ? ਜੀ ਦੇਖੋ, ਕੁਝ ਰੁਪਈਆਂ ਖਾਤਰ ਇੱਕ ਜਿਹੜਾ ਧਰੋਹਰ ਆ, ਸਾਡੀ ਇਤਿਹਾਸਕ ਧਰੋਹਰ ਆ, ਉਹਨੂੰ ਲੀਜ਼ ਤੇ ਦੇ ਦੇਣਾ ਤੇ ਬਾਅਦ ਵਿੱਚ ਕਹਿਣਾ ਕਿ ਪਬਲਿਕ ਪ੍ਰਾਪਰਟੀ ਆ, ਜਦ ਕਿ ਹਰ ਸਾਲ ਉੱਥੇ ਨਿਸ਼ਾਨ ਸਾਹਿਬ ਚੜਾਇਆ ਜਾਂਦਾ ਤੇ ਉੱਥੇ ਤਿਰੰਗੇ ਨੂੰ ਕੋਈ, ਦੇਖੋ ਇਹਨਾਂ ਚੀਜ਼ਾਂ ਨਾਲ ਅਸੀਂ ਇਹਦੀ ਪ੍ਰੋੜਤਾ ਨਹੀਂ ਕਰਦੇ ਕਿ ਜੋ ਕੁਝ ਹੋਇਆ ਠੀਕ ਹੋਇਆ, ਪਰ ਇੱਕ ਤਰ੍ਹਾਂ ਦਾ ਜਿਹੜਾ ਮਾਹੌਲ ਬਣਾਇਆ ਜਾ ਰਿਹਾ ਕਿ ਤਿਰੰਗੇ ਦਾ ਅਪਮਾਨ ਹੋ ਗਿਆ। ਬਿਲਕੁਲ ਨਹੀਂ, ਤਿਰੰਗਾ ਜਿੱਥੇ ਝੂਲਦਾ ਸੀ ਸ਼ਾਨ ਨਾਲ, ਉੱਥੇ ਝੂਲਦਾ ਆਪਣੀ ਜਗ੍ਹਾ ਤੇ ਨੈਸ਼ਨਲ ਮੀਡੀਆ ਦਾ ਇਹਦੇ ਵਿੱਚ ਰੋਲ ਇੰਨਾ ਕੁ, ਨੈਸ਼ਨਲ ਮੀਡੀਆ ਗਿਰ ਚੁੱਕਾ, ਜਿਹਨੂੰ ਅਸੀਂ ਗੋਦੀ ਮੀਡੀਆ ਕਹਿੰਦੇ ਆ ਨਾ, ਉਹਨੇ ਜਿਹੜੀ ਫੁਟੇਜ ਵੀ ਦਿਖਾ ਲਈ ਆ, ਉਹਦੇ ਵਿੱਚ ਸਿਰਫ ਨਿਸ਼ਾਨ ਸਾਹਿਬ ਦਿਸ ਰਿਹਾ, ਤਿਰੰਗਾ ਨਹੀਂ ਦਿਸ ਰਿਹਾ, ਜਦ ਕਿ ਤਿਰੰਗਾ ਆਪਣੇ ਥਾਂ ਤੇ ਉਹਨੂੰ ਕਿਸੇ ਨੇ ਟੱਚ ਨਹੀਂ ਕੀਤਾ। ਜੋ ਨਿਸ਼ਾਨ ਸਾਹਿਬ ਚਾੜਿਆ ਹਰ ਚੜ੍ਹਦਾ, ਤੇ ਕਾਨੂੰਨ ਵਿਵਸਥਾ ਦੀ ਤਾਂ ਮੈਂ ਉੱਥੇ ਗੱਲ ਕਰਾਂ ਕਿ ਹੋਵੇ 26 ਤਰੀਕ ਦਾ ਦਿਨ, 26 ਜਨਵਰੀ ਦਾ, ਤੇ ਕੁਛ ਦੇਰ ਪਹਿਲਾਂ ਉੱਥੇ ਪ੍ਰਧਾਨ ਮੰਤਰੀ ਆਪਣਾ ਸਾਡਾ ਤਿਰੰਗਾ ਉੱਥੇ ਝੁਲਾ ਕੇ ਗਿਆ ਹੋਵੇ, ਰਾਸ਼ਟਰ ਦਾ ਝੰਡਾ ਝੁਲਾ ਕੇ ਗਿਆ ਹੋਵੇ, ਤੇ ਕੁਝ ਕੁ ਬੰਦੇ ਆ ਕੇ ਲਾਲ ਕਿਲੇ ਤੇ ਕਬਜ਼ਾ ਕਰ ਲੈਣ। ਬਹੁਤ ਸੋਚਣ ਵਾਲੀ ਗੱਲ ਆ। ਇਹਦੇ ਵਿੱਚ ਬਹੁਤ ਸ਼ੰਕੇ ਖੜੇ ਹੁੰਦੇ ਨੇ ਕਿ ਕੱਲ ਨੂੰ ਤਾਂ ਕੋਈ 10 ਬੰਦੇ ਜਾ ਕੇ ਉੱਥੇ ਜਾ ਕੇ ਕੁਝ ਵੀ ਕਰ ਸਕਦੇ ਨੇ। ਇਹਨਾਂ ਦੀ ਜਿਹੜੀ ਇਹ ਨਾ ਚਾਲ ਸੀ ਸੋਚੀ ਸਮਝੀ, ਕੁਝ ਬੰਦੇ ਉੱਥੇ ਪਹਿਲਾਂ ਹੀ ਪਲਾਂਟ ਕੀਤੇ ਗਏ ਤੇ ਕੁਝ ਬਾਅਦ ਵਿੱਚ ਗਏ, ਜਿਹੜੇ ਭਾਵੁਕ ਹੋ ਕੇ ਨੌਜਵਾਨ ਗਏ ਆ, ਉਹਨਾਂ ਨਾਲ ਜਿਹੜਾ ਇਹਨਾਂ ਨੇ ਤਸ਼ੱਦਦ ਕੀਤਾ ਨੌਜਵਾਨਾਂ ਤੇ, ਬਹੁਤ ਜ਼ਿਆਦਾ ਨਿੰਦਣਯੋਗ ਆ। ਕਿਉਂਕਿ ਇਹੋ ਜਿਹੀਆਂ ਕਾਰਵਾਈਆਂ ਇੱਕ ਨਾ ਆਜ਼ਾਦ ਦੇਸ਼ ਵਿੱਚ, ਲੋਕਤੰਤਰਿਕ ਦੇਸ਼ ਵਿੱਚ ਸ਼ੋਭਾ ਨਹੀਂ ਦਿੰਦੀਆਂ। ਇੱਕ ਪੂਰੀ ਤਰ੍ਹਾਂ ਨਾਲ ਇਹਨਾਂ ਨੇ ਪੂਰੇ ਦੇਸ਼ ਨੂੰ ਆਪਣੇ ਨਾ ਇੱਕ ਫੋਟੋ ਬਹੁਤ ਵਾਇਰਲ ਹੋ ਰਹੀ ਹੈ ਇੱਕ ਆਪਣੇ ਨੌਜਵਾਨ ਦੀ, ਇੱਕ ਫੋਟੋ ਨਹੀਂ ਨਾ, ਸਾਡੇ ਝੰਜੋੜੇ ਜਾਂਦੇ ਪਏ ਸੀ ਵੀ ਇਸ ਤਰੀਕੇ ਦੇ ਨਾਲ ਵੀ ਕਰ ਸਕਦੇ। ਬਿਲਕੁਲ, ਦੇਖੋ ਕੁਝ ਬੰਦੇ ਨਹੀਂ ਪਲਾਂਟ ਕੀਤੇ ਤੇ ਕੁਝ ਸਾਡੇ ਨੌਜਵਾਨ ਭਾਵੁਕ ਹੋ ਕੇ ਉੱਥੇ ਗਏ ਆ ਤੇ ਉਹਨਾਂ ਤੇ ਐਦਾਂ ਦਾ ਤਸ਼ੱਦਦ ਢਾਉਣਾ ਔਰ ਉਹਨੂੰ ਇੱਕ ਕਹਿਣਾ ਕਿ ਖਾਲਿਸਤਾਨੀ ਅੱਤਵਾਦੀ। ਇੱਕ ਫੋਟੋ ਨਹੀਂ, ਬਹੁਤ ਸਾਰੇ ਨੌਜਵਾਨ ਜਿਨ੍ਹਾਂ ਦੇ ਲੱਤਾਂ ਤੇ ਭਾਰ ਨਹੀਂ ਆਉਂਦਾ, ਲੰਮੇ ਪਏ ਨੇ, ਲੱਤਾਂ 'ਚੋਂ ਲਹੂ ਨਿਕਲਦਾ ਤੇ ਪੁਲਿਸ ਵਾਲੇ ਉਹਨਾਂ ਦੇ ਮੂੰਹ ਤੇ ਠੋਡੇ ਮਾਰ ਰਹੇ ਨੇ। ਬਹੁਤ ਇਹੋ ਜਿਹੀਆਂ ਕਾਰਵਾਈਆਂ ਐਸੇ ਲੋਕਤੰਤਰਿਕ, ਹਾਂ ਆਜ਼ਾਦੀ ਵੇਲੇ ਅਸੀਂ ਇਹ ਚੀਜ਼ ਸੋਚ ਸਕਦੇ ਸੀ ਕਿ ਉਹ ਬਗਾਨੇ ਮੁਲਕ ਦੇ ਸੀ, ਪਰ ਅੱਜ ਆਪਣੇ ਹੀ ਮੁਲਕ ਦੇ ਜਿਹੜੇ ਬੰਦੇ ਸਾਡੇ ਨਾਲ ਜੋ ਵਿਵਹਾਰ ਕਰਦੇ ਨੇ, ਅਤੀ ਨਿੰਦਣਯੋਗ ਹੈ। ਮਤਲਬ ਅੱਗੇ ਤਾਂ ਸੀਗਾ ਕਿ ਦਿੱਲੀ ਜਾਣ ਤੋਂ ਰੋਕਣਾ, ਹੁਣ ਤਾਂ ਲਾਲ ਕਿਲੇ ਤੇ ਵੀ ਇਹਨਾਂ ਨੇ ਸਵਾਲ ਖੜੇ ਕਰਤੇ ਵੀ ਉੱਥੇ ਕਿਉਂ ਆ ਗਏ। ਬੜੀ ਵੱਡੀ ਗੱਲ ਹੈ ਵੀ ਸਾਨੂੰ ਆਪਣੇ ਮੁਲਕ 'ਚ ਰਹਿ ਕੇ ਅਸੀਂ ਆਪਦੀਆਂ ਜਗ੍ਹਾ ਤੇ ਹੀ ਨਹੀਂ ਜਾ ਸਕਦੇ। ਬਹੁਤ ਮੈਂ ਕਹਿੰਦਾ ਇੱਕ ਨਾ ਇਸ ਅੰਦੋਲਨ ਤੋਂ ਪਹਿਲਾਂ ਪੂਰੇ ਦੇਸ਼ ਵਿੱਚ ਇੱਕ ਇਹੋ ਜਿਹਾ ਮਾਹੌਲ ਬਣਿਆ ਸੀ, ਇੱਕ ਡਰ, ਇੱਕ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ ਕਿ ਕੋਈ ਆਪਣੀ ਗੱਲ ਰੱਖਣ ਨੂੰ ਤਿਆਰ ਨਹੀਂ ਸੀ। ਉਹਦਾ ਕਾਰਨ ਇੱਕ ਸੀ ਕਿ ਜਿਹੜਾ ਆਪਣਾ ਨਾ ਲੋਕਤੰਤਰ ਦਾ ਚੌਥਾ ਥੰਮ, ਜਿਹਨੂੰ ਆਪਾਂ ਮੀਡੀਆ ਕਹਿੰਦੇ ਹਾਂ, ਉਹਨੇ ਆਪਣੀ ਭੂਮਿਕਾ ਬਹੁਤ ਵਧੀਆ ਤਰੀਕੇ ਨਾਲ ਨਹੀਂ ਨਿਭਾਈ। ਕਿਉਂਕਿ ਇਹਨਾਂ ਲੀਡਰਾਂ ਨੂੰ ਲੋਕ ਸਿੱਧਾ ਸਵਾਲ ਨਹੀਂ ਕਰ ਸਕਦੇ, ਇਹਨਾਂ ਨੂੰ ਸਵਾਲ ਕਰਨ ਲਈ ਇਹ ਮੀਡੀਆ ਜਿਹੜਾ ਚੌਥਾ ਥੰਮ ਕਹਿੰਦੇ ਆ, ਇਹਨਾਂ ਨੇ ਕਰਨਾ ਹੁੰਦਾ। ਅੱਜ ਤੱਕ ਤੁਸੀਂ ਮੋਦੀ ਦੀ ਕੋਈ ਵੀ ਇੰਟਰਵਿਊ ਦੇਖ ਲਓ, ਉਹਦੇ ਵਿੱਚ ਕੋਈ ਲੋਕ ਭਲਾਈ ਜਾਂ ਲੋਕਾਂ ਨਾਲ ਧੱਕੇ ਵਾਲੀ ਤਾਂ ਕੋਈ ਗੱਲ ਹੀ ਨਹੀਂ ਕੀਤੀ ਜਾਂਦੀ। ਗੱਲ ਇਹ ਕੀਤੀ ਜਾਂਦੀ ਹੈ ਕਿ ਮੋਦੀ ਸਾਹਿਬ ਨੇ ਚਾਹ ਵੇਚੀ, ਮੋਦੀ ਸਾਹਿਬ ਬਹੁਤ ਤਪੱਸਵੀ ਬੰਦੇ ਨੇ, ਇੱਕ ਤਰ੍ਹਾਂ ਨਾਲ ਇੱਕ ਅਵਤਾਰ ਬਣਾ ਕੇ ਇੰਟਰਵਿਊਆਂ 'ਚ ਪੇਸ਼ ਕੀਤਾ ਜਾਂਦਾ। ਲੋਕ ਪੱਖੀ ਗੱਲ ਤਾਂ ਉਹਨਾਂ ਦੀ ਇੰਟਰਵਿਊ 'ਚ ਹੁੰਦੀ ਨਹੀਂ। ਤੇ ਬਹੁਤ ਵੱਡਾ ਕਾਰਨ ਅੱਜ ਦੀ ਜੋ ਪਰਿਸਥਿਤੀ ਹੈ, ਇਹ ਜਿਹੜਾ ਸਾਰਾ ਧੱਕੇਸ਼ਾਹੀ ਹੋ ਰਹੀ ਆ, ਚਾਹੇ ਉਹ ਕੰਧਾਂ ਉਸਾਰੀਆਂ ਜਾ ਰਹੀਆਂ, ਚਾਹੇ ਕੁਝ ਕੀਤਾ ਜਾ ਰਿਹਾ, ਇਹਦੇ ਵਿੱਚ ਮੀਡੀਆ ਦੀ ਗਿਰਾਵਟ ਦਾ ਬਹੁਤ ਵੱਡਾ ਕਾਰਨ ਆ। ਮੀਡੀਆ ਨੇ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਹੀਂ ਨਿਭਾਈ ਤੇ ਜਿਹੜਾ ਸਾਡਾ ਮੀਡੀਆ, ਜਿਵੇਂ YouTube ਜਾਂ ਹੋਰ ਵੈੱਬ ਚੈਨਲ ਨੇ, ਉਹ ਆਪਣੀ ਜ਼ਿੰਮੇਵਾਰੀ ਵਧੀਆ ਤਰੀਕੇ ਨਾਲ ਨਿਭਾ ਰਹੇ ਨੇ। ਤੇ ਮੈਂ ਦੇਖਿਆ 26 ਤਰੀਕ ਨੂੰ ਜਿਹੜੇ ਉੱਥੇ ਗਏ ਸੀ ਸਾਡੇ ਪੱਤਰਕਾਰ ਵੀਰ, ਉਹਨਾਂ ਨੂੰ ਧਮਕੀਆਂ ਵੀ ਆ ਰਹੀਆਂ ਨੇ ਔਰ ਇੱਕ ਮੇਰਾ ਪੱਤਰਕਾਰ ਵੀਰ, ਉਹਨੂੰ ਅਰੈਸਟ ਕਰਕੇ ਤਿਹਾੜ ਜੇਲ੍ਹ ਵਿੱਚ ਭੇਜਿਆ ਗਿਆ। ਮੈਂ ਇਸ ਸਰਕਾਰ ਨੂੰ ਅਪੀਲ ਕਰਨੀ ਚਾਹੁੰਦਾ ਕਿ ਜਿਹੜਾ ਤੁਸੀਂ ਨੈਸ਼ਨਲ ਮੀਡੀਆ ਆਪਣੇ ਕਬਜ਼ੇ ਵਿੱਚ ਕੀਤਾ, ਠੀਕ ਹੈ, ਸਮਾਂ ਆਉਣ 'ਤੇ ਉਹ ਵੀ ਕਿਸੇ ਨਾ ਕਿਸੇ, ਤੁਹਾਡੀ ਸਰਕਾਰ ਗਈ ਤੇ ਉਹ ਵੀ ਆਜ਼ਾਦ ਹੋਵੇਗਾ, ਪਰ ਇਹੋ ਜਿਹਾ ਤਸ਼ੱਦਦ ਤੁਸੀਂ ਢਾਉਣਾ ਬੰਦ ਕਰ ਦਿਓ। ਤੇ ਮੈਂ ਮੀਡੀਆ ਵਾਲੇ ਵੀਰਾਂ ਨੂੰ
ਬੇਨਤੀ ਕਰਨੀ ਚਾਹੁੰਦਾ ਕਿ ਜਿੱਥੇ ਤੁਹਾਡੇ ਨਾਲ ਧੱਕੇਸ਼ਾਹੀ ਹੁੰਦੀ ਆ, ਅਸੀਂ ਤੁਹਾਡੇ ਨਾਲ ਆ, ਕਿਉਂਕਿ ਇਸ ਅੰਦੋਲਨ ਵਿੱਚ ਤੁਸੀਂ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਬਹੁਤ ਸਹਿਯੋਗ ਕੀਤਾ। ਜੇ ਹੁਣ ਤੁਹਾਡੇ ਤੇ ਇਹੋ ਜਿਹੀ ਸਥਿਤੀ ਬਣੀ ਆ ਸਰਕਾਰ ਦੀ ਤਸ਼ੱਦਦਾਂ ਵਾਲੀ, ਤੇ ਅਸੀਂ ਤੁਹਾਡੇ ਨਾਲ ਹਰ ਤਰ੍ਹਾਂ ਨਾਲ ਮੋਢਾ ਲਾ ਕੇ ਇਸ ਸਰਕਾਰ ਦੇ ਨਾਲ ਲੜਾਂਗੇ, ਤੇ ਤੁਹਾਡੀ ਜਿਹੜੀ ਆ ਤੁਹਾਡੀ ਸੁਰੱਖਿਆ ਉਹ ਸਾਡੇ ਜਿੰਮੇ ਆ। ਅਸੀਂ ਤੁਹਾਡੇ ਨਾਲ ਹਰ ਤਰੀਕੇ ਨਾਲ ਕਾਇਮ ਆ। ਕੁਲਵਿੰਦਰ ਜੀ, ਇੱਕ ਬਹੁਤ ਖਾਸ ਗੱਲ ਜਿਹੜੀ ਇਹ ਵੀ ਹੈ ਕਿ ਜਿਹੜੇ ਉੱਥੇ ਮੁੰਡੇ ਨੇ ਝੰਡਾ ਚੜਾਇਆ ਸੀ ਜਾਂ ਹੋਰ ਜਿਹੜੇ ਸਾਡੇ ਵੀਰ ਉੱਥੇ ਪਹੁੰਚੇ ਸੀ, ਹੁਣ ਉਹਨਾਂ ਦੇ ਘਰਾਂ ਦੇ ਵਿੱਚ ਵੀ ਪੁਲਿਸ ਆ ਰਹੀ ਹੈ। ਈਵਨ ਕਿ ਜੇ ਉਹ ਪੰਜਾਬ ਦੇ ਨੇ, ਜੇ ਉਹ ਜਲੰਧਰ ਦੇ ਨੇ ਜਾਂ ਕਿਸੇ ਹੋਰ ਏਰੀਏ ਦੇ ਨੇ, ਕਿਸੇ ਹੋਰ ਜ਼ਿਲ੍ਹੇ ਦੇ ਨੇ, ਉੱਥੇ ਤੱਕ ਪੁਲਿਸ ਜਿਹੜੀ ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰਾਂ ਤੱਕ ਜਾ ਰਹੀ। ਇਹਨੂੰ ਕਿਵੇਂ ਦੇਖਦੇ ਹੋ? ਮੈਂ ਤਾਂ ਦੇਖ ਰਿਹਾ, ਮੈਂ ਦੇਖੋ ਬਾਰ-ਬਾਰ ਕਹਿ ਰਿਹਾ ਕਿ ਇਸ ਚੀਜ਼ ਦੀ ਅਸੀਂ ਪ੍ਰੋੜਤਾ ਜਾਂ ਸਮਰਥਨ ਨਹੀਂ ਕਰਦੇ। ਜਿਨ੍ਹਾਂ ਨੌਜਵਾਨਾਂ ਨੇ ਭਾਵੁਕ ਹੋ ਕੇ ਕੀਤਾ, ਫਿਰ ਉਹ ਦੂਜੀ ਕਿਸੇ ਚੀਜ਼ ਨੂੰ ਨੁਕਸਾਨ ਨਹੀਂ ਪਹੁੰਚਾਇਆ, ਤੇ ਤੁਸੀਂ ਇੱਕ ਨਿਸ਼ਾਨ ਸਾਹਿਬ ਝੁਲਾਉਣ ਵਾਲੇ ਨੂੰ ਤੁਸੀਂ ਅੱਤਵਾਦੀ ਮੰਨਦੇ ਹੋ, ਤੇ ਜਿਹੜਾ ਇਸ ਦੇਸ਼ ਦੀ, ਇਸ ਕੰਟਰੀ ਦੀ ਪੂੰਜੀ ਲੈ ਕੇ ਵਿਦੇਸ਼ਾਂ ਵਿੱਚ ਚਲਿਆ ਗਿਆ, ਉਹਨੂੰ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਪਤਾ ਹੀ ਕੁਛ ਨਹੀਂ, ਸਾਡੇ ਉਹ ਜਾਣਕਾਰੀ ਤੋਂ ਬਾਹਰ ਹੈ। ਤੇ ਤੁਸੀਂ ਇਹੋ ਜਿਹੀਆਂ ਛੋਟੀਆਂ ਕਾਰਵਾਈਆਂ, ਦੇਸ਼ ਨੂੰ ਵੰਡਣ ਵਾਲੀਆਂ ਕਾਰਵਾਈਆਂ ਕਰ ਰਹੇ ਹੋ, ਬਹੁਤ ਹੀ ਨਿੰਦਣਯੋਗ ਹੈ। ਕਿਉਂਕਿ ਦੇਸ਼, ਮੈਂ ਸਮਝਦਾ ਇਹ ਖਾਲੀ ਬਿੱਲਾਂ ਦੀ ਗੱਲ ਨਹੀਂ, ਦੇਸ਼ ਨੂੰ ਗੁਲਾਮੀ ਵੱਲ ਧੱਕਿਆ ਜਾ ਰਿਹਾ। ਇਹ ਦੇਸ਼ ਇੱਕ ਨਾ ਜਿਹੜਾ ਫਿਰਕੂਵਾਦ ਦੇ ਦੌਰ ਵੱਲ ਵੱਧ ਰਿਹਾ, ਜੇ ਉਸ ਨੂੰ ਰੋਕਣਾ, ਤੇ ਹੁਣ ਸਮਾਂ ਵੀ ਹੈ, ਮੌਕਾ ਵੀ ਹੈ, ਤੇ ਸਭ ਨੂੰ ਇਕਮੁੱਠ ਹੋ ਕੇ ਆਪਾਂ ਨੂੰ ਇਹਨੂੰ ਰੋਕਣਾ ਪਵੇਗਾ। ਕੁਲਵਿੰਦਰ ਜੀ, ਲੱਗਦਾ ਨਹੀਂ ਕਿ ਜੇ ਨਿਸ਼ਾਨ ਸਾਹਿਬ ਦੀ ਇਹ ਗੱਲ ਕਰਦੇ ਨੇ ਤਾਂ 47 ਚ ਵੀ ਹਰਿਮੰਦਰ ਸਾਹਿਬ ਵੀ ਚੜਾਇਆ ਸੀ, 84 ਚ ਵੀ ਚੜਾਇਆ ਸੀ। ਬਿਲਕੁਲ, ਦੇਖੋ ਨਿਸ਼ਾਨ ਸਾਹਿਬ ਤੁਸੀਂ ਚੀਨ ਬਾਰਡਰ ਤੇ ਜਾ ਕੇ ਦੇਖ ਲਓ, ਉੱਥੇ ਨਿਸ਼ਾਨ ਸਾਹਿਬ ਝੁੱਲਦਾ। ਜਦੋਂ ਸਾਡੀਆਂ ਗੱਡੀਆਂ ਜਾਂਦੀਆਂ ਨੇ ਜੰਗ ਲਈ, ਤੇ ਤੁਸੀਂ ਦੇਖਿਆ ਹੋਣਾ ਫੌਜੀ ਵੀਰਾਂ ਦੇ ਗੱਡੀਆਂ ਤੇ ਨਿਸ਼ਾਨ ਸਾਹਿਬ ਝੁੱਲਦੇ ਨੇ। ਤੇ ਤੁਸੀਂ ਕਰੋਨਾ ਦੇ ਦੌਰ ਵਿੱਚ ਦੇਖਿਆ ਹੋਣਾ ਕਿ ਲੋਕ ਜਿਹੜੇ ਭੁੱਖ ਨਾਲ ਸਤਾਏ ਹੋਏ ਸੀ, ਨਿਸ਼ਾਨ ਸਾਹਿਬ ਦੇਖ ਕੇ ਉਧਰ ਨੂੰ ਦੌੜਦੇ ਸੀ। ਉਸ ਦੌਰ ਵਿੱਚ ਇਹਨਾਂ ਨੂੰ ਨਿਸ਼ਾਨ ਸਾਹਿਬ ਖਾਲਿਸਤਾਨ ਦਾ ਝੰਡਾ ਨਹੀਂ ਲੱਗਾ, ਤੇ ਜਦੋਂ ਸਾਡੇ ਆਪਣੇ ਹੱਕਾਂ ਦੀ ਗੱਲ ਆਉਂਦੀ ਹੈ ਤੇ ਇਹਨਾਂ ਨੂੰ ਨਿਸ਼ਾਨ ਸਾਹਿਬ ਖਾਲਿਸਤਾਨ ਦਿਸਣ ਲੱਗ ਪੈਂਦਾ। ਦੇਖੋ ਇੱਕ ਚੀਜ਼ ਤਾਂ ਸਾਨੂੰ ਅਲੱਗ ਕਰਨੀ ਪਵੇਗੀ, ਜਾਂ ਤਾਂ ਤੁਸੀਂ ਇਹ ਕਹਿ ਦਿਓ ਕਿ ਇਹ ਜਿਹੜੇ ਬੰਦੇ ਨੇ ਇਹ ਇਸ ਕੰਟਰੀ ਦੇ ਨਹੀਂ, ਇਹ ਹੋਰ ਨੇ, ਤੇ ਜੇ ਤੁਸੀਂ ਇਹਨਾਂ ਨੂੰ ਆਪਣੇ ਕਹਿੰਦੇ ਹੋ ਤੇ ਇਹੋ ਜਿਹੀਆਂ ਕਾਰਵਾਈਆਂ ਤੋਂ ਬਾਜ਼ ਆਓ, ਕਿਉਂਕਿ ਲੋਕਤੰਤਰਿਕ ਦੇਸ਼ ਹੈ। ਜਿਸ ਤਿਰੰਗੇ ਦੀ ਤੁਸੀਂ ਆਨ ਬਾਨ ਤੇ ਸ਼ਾਨ ਦੀ ਗੱਲ ਕਰਦੇ ਹੋ ਨਾ, ਹਜੇ ਨੌਜਵਾਨ ਲੱਭ ਵੀ ਨਹੀਂ ਰਹੇ। ਮੈਂ ਤੁਹਾਨੂੰ ਦੱਸ ਰਿਹਾ, ਜਿਸ ਤਿਰੰਗੇ ਦੀ ਆਨ ਬਾਨ ਤੇ ਸ਼ਾਨ ਦੀ ਗੱਲ ਇਹ ਗੁਜਰਾਤੀ ਕਰਦੇ ਨੇ, ਮੈਨੂੰ ਦੱਸ ਦੇਣ ਆਜ਼ਾਦੀ ਵਿੱਚ ਕਿੰਨੀਆਂ ਕਿ ਇਹਨਾਂ ਦੀਆਂ ਕੁਰਬਾਨੀਆਂ ਨੇ, ਕਿਉਂਕਿ 80% ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਕੀਤੀਆਂ, ਬੰਗਾਲੀਆਂ ਨੇ ਕੀਤੀਆਂ, ਤੇ ਫੌਜ ਵਿੱਚ ਸਾਡੇ ਬੱਚੇ ਬਾਰਡਰਾਂ ਤੇ ਸ਼ਹੀਦ ਹੋ ਰਹੇ ਨੇ। ਤੇ ਅੱਜ ਤੱਕ ਮੈਂ ਤਾਂ ਕਦੀ ਸੁਣਿਆ ਨਹੀਂ ਕਿ ਕਿਸੇ ਪੂੰਜੀਪਤੀ ਦਾ ਜਾਂ ਮੈਂ ਕਿਸੇ ਸਟੇਟ ਨੂੰ ਮਾੜਾ ਨਹੀਂ ਕਹਿੰਦਾ, ਇਹ ਜਿਹੜੇ ਕੁਝ ਪੂੰਜੀਪਤੀ ਗੁਜਰਾਤ ਦੇ ਪੂੰਜੀਪਤੀ ਨੇ ਨਾ, ਅੰਬਾਨੀ, ਅਡਾਨੀ ਜਾਂ ਇਹ ਸਾਰੇ ਨੇ, ਇਹੋ ਜਿਹੀਆਂ ਕਾਰਵਾਈਆਂ ਤੋਂ ਬਾਜ਼ ਆਉਣ। ਕਿਉਂਕਿ ਇਸ ਤਿਰੰਗੇ ਦੀ ਆਨ ਬਾਨ ਤੇ ਸ਼ਾਨ ਲਈ ਸਾਡੇ ਨੌਜਵਾਨਾਂ ਦਾ ਖੂਨ ਹੁਣ ਵੀ ਡੁੱਲ ਰਿਹਾ, ਸਾਡੇ ਨੌਜਵਾਨ, ਸਾਡੇ ਬਜ਼ੁਰਗਾਂ ਦਾ ਖੂਨ ਆਜ਼ਾਦੀ ਵੇਲੇ ਵੀ ਡੁੱਲਿਆ, ਤੇ ਸਾਡੇ ਤੋਂ ਵੱਧ ਤਿਰੰਗੇ ਦੀ ਕੋਈ ਸਨਮਾਨ ਕਰਨਾ ਨਹੀਂ ਜਾਣਦਾ। ਅਸੀਂ ਸਨਮਾਨ ਕਰਦੇ ਹਾਂ ਤਿਰੰਗੇ ਦਾ, ਪਰ ਇਹੋ ਜਿਹੀਆਂ ਕਾਰਵਾਈਆਂ ਕਿ ਨਿਸ਼ਾਨ ਸਾਹਿਬ ਨੂੰ ਇੱਕ ਅਲੱਗ ਮੁਲਕ ਦਾ ਝੰਡਾ ਦੱਸ ਦੇਣਾ, ਤੇ ਸੋਚ ਤੋਂ ਪਰੇ ਨੇ ਜੀ। ਪਰ ਹਾਲੇ ਦੇ ਵਿੱਚ ਜੇ ਅਸੀਂ ਗੱਲ ਕਰੀਏ ਤੇ ਬਹੁਤ ਸਾਰੀਆਂ ਸ਼ੰਕਾਵਾਂ ਜਿਹੜੀਆਂ ਸੀਗੀਆਂ ਉਹ ਸਾਹਮਣੇ ਆ ਰਹੀਆਂ ਸੀ ਵੀ ਕਿਤੇ ਨਾ ਕਿਤੇ ਹੁਣ ਜਿਹੜੀਆਂ ਚੀਜ਼ਾਂ ਇੱਥੋਂ ਜਾ ਰਹੀਆਂ ਸੀ, ਕਿਸਾਨ ਟਰਾਲੀ ਭਰ ਕੇ ਜਾ ਰਹੇ ਸੀਗੇ, ਜਾਂ ਤਾਂ ਹੁਣ ਵੀ ਰਹੇ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਜਿਹੜੀ ਉਹ ਸਾਹਮਣੇ ਆ ਰਹੀ ਹੈ। ਪਰ ਉਹਦੇ ਦੌਰਾਨ ਜੱਗ ਦੀਆਂ ਜ਼ਮੀਰਾਂ ਵਾਲੇ ਹਜੇ ਵੀ ਨੇ ਕਿ ਸਾਡੇ ਉੱਚ ਅਧਿਕਾਰੀ ਜਿਹੜੇ ਹੁਣੇ ਰਿਟਾਇਰ ਹੋਏ ਨੇ ਥੋੜ੍ਹੇ ਦਿਨਾਂ ਪਹਿਲਾਂ, ਤੇ ਉਹਨਾਂ ਨੇ ਆਪਣੀ ਸੈਲਰੀ ਦੇਣ ਦਾ ਜਿਹੜਾ ਉਪਰਾਲਾ ਆ ਉਹ ਕੀਤਾ ਹੈ, ਉਹਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਸ਼ਲਾਘਾਯੋਗ ਕਦਮ ਹੈ, ਕਿਉਂਕਿ ਇਹੋ ਜਿਹੇ ਜਿਹੜੇ ਐਲਾਨ ਨੇ ਸਮਾਜ ਨੂੰ ਇੱਕ ਤਰ੍ਹਾਂ ਨਾਲ ਨਵੀਂ ਦਿਸ਼ਾ ਦਿੰਦੇ ਨੇ। ਕਿਉਂਕਿ ਇਹੋ ਜਿਹੇ ਐਲਾਨ ਆਉਣ ਵਾਲੇ ਜਿਹੜੇ ਅਫਸਰ ਸਾਹਿਬਾਨ ਨੇ, ਜਿਹੜੇ ਵੀ ਬੁੱਧੀਜੀਵੀ ਵਰਗ ਹੈ, ਕਿਉਂਕਿ ਬਹੁਤ ਲੰਬੀਆਂ ਸੇਵਾਵਾਂ ਦੇ ਕੇ ਸਾਡੇ ਬਲਕਾਰ ਸਿੰਘ, ਮੈਂ ਨਾਮ ਲੈਦਾ ਉਹਨਾਂ ਦਾ, ਉਹ ਰਿਟਾਇਰ ਹੋਏ ਨੇ, ਬਹੁਤ ਲੰਬੀਆਂ ਸੇਵਾਵਾਂ ਨੇ। ਬੇਸ਼ੱਕ ਜਦੋਂ ਸਾਡੇ ਐਜੀਟੇਸ਼ਨ ਹੁੰਦੇ ਸੀ ਤੇ ਉਹ ਸਾਨੂੰ ਰੋਕਣ ਵਾਲਿਆਂ ਵਿੱਚ ਹੁੰਦੇ ਸੀ, ਕਿਉਂਕਿ ਲਾ ਐਂਡ ਆਰਡਰ ਦੀ ਸਥਿਤੀ ਇਹਨਾਂ ਨੇ ਕਾਇਮ ਰੱਖਣੀ ਹੈ। ਤੇ ਉਸ ਚੀਜ਼ ਤੋਂ ਜਦੋਂ ਬਾਹਰ ਆਏ ਤੇ ਸਾਨੂੰ ਪਤਾ ਲੱਗਾ ਕਿ ਉਹ ਮਨ ਵਿੱਚ ਕਿੱਡਾ, ਕਿਉਂਕਿ ਲਾ ਐਂਡ ਆਰਡਰ ਕਾਇਮ ਕਰਨਾ ਤੇ ਜਿਹੜਾ ਐਜੀਟੇਸ਼ਨ ਕਰ ਰਿਹਾ ਬੰਦਾ, ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਕੰਟਰੋਲ ਕਰਨਾ ਕਿ ਉਹ ਵੀ ਨਾ ਖਰਾਬ ਹੋਵੇ, ਉਹਦਾ ਐਜੀਟੇਸ਼ਨ ਵੀ ਚੱਲਦਾ ਰਹੇ, ਬਹੁਤ ਮੁਸ਼ਕਲ ਹੁੰਦੀ ਆ। ਉਸ ਮੁਸ਼ਕਲ ਦੀ ਘੜੀ ਵਿੱਚ ਵਧੀਆ ਰੋਲ ਪਲੇ ਕੀਤਾ, ਤੇ ਹੁਣ ਜਦੋਂ ਇਹ ਰਿਟਾਇਰ ਹੋ ਗਏ ਨੇ ਤੇ ਬਹੁਤ ਵਧੀਆ ਸ਼ਲਾਘਾਯੋਗ ਫੈਸਲਾ। ਅਸੀਂ ਹਰ ਤਰ੍ਹਾਂ ਨਾਲ ਅਸੀਂ ਅਪੀਲ ਕਰਨਾ ਚਾਹੁੰਦੇ ਹਾਂ, ਜਿਹੜੇ ਵੀ ਸਾਡੀ ਅਫਸਰਸ਼ਾਹੀ ਹੈ, ਚਾਹੇ ਪੰਜਾਬ ਗੌਰਮੈਂਟ ਦੀ ਪੰਜਾਬ ਪੁਲਿਸ ਆ ਜਾਂ ਹੋਰ ਆ ਜਾਂ ਸੈਂਟਰ ਗੌਰਮੈਂਟ ਦਾ ਆਰਮੀ ਆ, ਕਿਉਂਕਿ ਹੁਣ ਜਿਹੜਾ ਕਿਸਾਨ ਉੱਥੇ ਬੈਠਾ ਬਾਰਡਰਾਂ ਤੇ, ਉਹਦੀ ਜਾਨ ਮਾਲ ਨੂੰ ਖਤਰਾ ਹੈ।
ਕਿਉਂਕਿ ਜਿਹੋ ਜਿਹਾ ਇਹ ਰਵੱਈਆ ਕਰ ਰਹੀ ਹੈ ਸੈਂਟਰ ਗੌਰਮੈਂਟ, ਤੇ ਉੱਥੇ ਨੈੱਟ ਬੰਦ ਕਰ ਦਿੱਤਾ, ਕਿਉਂਕਿ ਜਿਹੜਾ ਤੁਹਾਡੇ ਚੈਨਲ ਨੇ ਇਹ ਨੈੱਟ ਦੇ ਜ਼ਰੀਏ ਸਾਨੂੰ ਸਹੀ ਖਬਰਾਂ ਦਿੰਦੇ ਨੇ, ਤੇ ਜਦੋਂ ਉੱਥੇ ਨੈੱਟ ਦੀ ਸਮੱਸਿਆ ਆਉਂਦੀ ਆ ਤੇ ਗੋਦੀ ਮੀਡੀਆ ਦੀਆਂ ਖਬਰਾਂ ਆ ਰਹੀਆਂ ਨੇ, ਉੱਥੇ ਕਿਸਾਨਾਂ ਨਾਲ ਜੋ ਤਸ਼ੱਦਦ ਹੋ ਰਿਹਾ, ਇਹਨਾਂ ਦੇ 20 ਬੰਦੇ ਬੀਜੇਪੀ ਦੇ ਆ ਕੇ ਪੁਲਿਸ ਪ੍ਰੋਟੈਕਸ਼ਨ ਦੇ ਨਾਲ, ਕਿਉਂਕਿ 20 ਬੰਦੇ ਬੀਜੇਪੀ ਦੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਉਹਨਾਂ ਨੂੰ ਪ੍ਰੋਟੈਕਸ਼ਨ ਦੇ ਕੇ ਕਿਸਾਨਾਂ ਦੇ ਇੱਟਾਂ ਬੱਟੇ ਸਟਾਉਂਦੀ ਹੈ, ਉਹਨਾਂ ਤੇ ਤਸ਼ੱਦਦ ਕਰਾਉਂਦੀ ਹੈ। ਇਹੋ ਜਿਹੇ ਵਿੱਚ ਅਸੀਂ ਹਰ ਅਫਸਰ ਨੂੰ ਅਪੀਲ ਕਰਨੀ ਚਾਹੁੰਦਾ ਕਿ ਕਿਸਾਨ ਦਾ ਤੁਸੀਂ ਸਾਰਾ ਕੁਝ, ਆਪਾਂ ਕਿਸਾਨਾਂ ਦੇ ਪੁੱਤਰ ਹਾਂ ਤੇ ਕਿਸਾਨ ਦੀ ਪੈਦਾ ਕੀਤੀ ਹੋਈ ਰੋਟੀ ਖਾਂਦੇ ਹਾਂ, ਤੇ ਜੇ ਅੱਜ ਭਾਰੀ ਪਈ ਹੈ ਕਿਸਾਨ ਤੇ, ਆਪਣੀਆਂ ਨੌਕਰੀਆਂ ਵੀ ਤੁਸੀਂ ਜੀ ਸਦਕੇ ਕਰੋ, ਪਰ ਆਪਣੀ ਜ਼ਿੰਮੇਵਾਰੀ ਵੀ ਨਾਲ ਸਮਝੋ। ਜਿਸ ਤਰ੍ਹਾਂ ਸਰਦਾਰ ਬਲਕਾਰ ਸਿੰਘ ਨੇ ਨੌਕਰੀ ਤੋਂ ਪਿੱਛੇ ਹੋ ਕੇ ਤੇ ਆਪਣਾ ਜਿਹੜਾ ਇਹ ਐਲਾਨ ਕੀਤਾ, ਅਸੀਂ ਉਹਦਾ ਸਵਾਗਤ ਕਰਦੇ ਹਾਂ ਤੇ ਸਾਰੇ ਅਫਸਰ ਸਾਹਿਬਾਨ ਨੂੰ ਕਰਦੇ ਹਾਂ। ਬੇਸ਼ੱਕ ਤੁਸੀਂ ਡਿਊਟੀ ਕਰਦੇ ਹੋ, ਜੀ ਸਦਕੇ ਕਰੋ, ਪਰ ਜ਼ਿੰਮੇਵਾਰੀ ਤੋਂ ਨਾ ਭੱਜੋ। ਆਪਣੇ ਕਿਸਾਨਾਂ ਦੇ ਨਾਲ ਖੜੀਏ, ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਸਾਥ ਦਈਏ। ਜੀ, ਅੰਤ ਦੇ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਚੀਜ਼ਾਂ ਵੀ ਆ ਰਹੀਆਂ ਨੇ ਕਿ ਹੁਣ ਬਿਨਾਂ ਮਤਲਬ ਤੋਂ ਵੀ ਜਿਹੜੇ ਲੋਕ ਉੱਥੇ ਜਾ ਰਹੇ ਨੇ, ਉਹਨਾਂ ਨੂੰ ਪਰਚੇ ਦਿੱਤੇ ਜਾ ਰਹੇ ਨੇ, ਮੁਕੱਦਮੇ ਕੀਤੇ ਜਾ ਰਹੇ ਨੇ, ਕਿਸੇ ਵੀ ਤਰੀਕੇ ਨਾਲ ਡੰਪ ਕਰਕੇ ਉਹਨਾਂ ਦੇ ਨੰਬਰ ਜਿਹੜੇ ਉਹ ਹਾਸਲ ਕਰ ਲਏ ਜਾਂਦੇ ਨੇ, ਫਿਰ ਉਹਨਾਂ ਨੂੰ ਕਾਲਿੰਗ ਕੀਤੀ ਜਾਂਦੀ ਹੈ ਤੇ ਤੁਸੀਂ ਕਿੱਥੋਂ ਆ, ਕੀ ਕਰ ਰਹੇ ਹੋ, ਸਾਰਾ ਕੁਝ। ਇੱਕ ਹੀ ਕਹਿਣਾ ਚਾਹੁੰਦੇ ਹੋ ਕਿ ਇੱਕ ਮਨ ਦੇ ਵਿੱਚ ਡਰ ਵੀ ਬਣਿਆ ਹੋਇਆ, ਪਰ ਜਾਣਾ ਵੀ ਬੜਾ ਜ਼ਰੂਰੀ ਹੈ। ਮੈਂ ਆਖਰ ਵਿੱਚ ਇੱਕੋ ਬੇਨਤੀ ਕਰਾਂਗਾ ਕਿ ਕਿਉਂਕਿ ਜੰਗਾਂ ਜਿਹੜੀਆਂ ਵੱਡੀਆਂ ਜੰਗਾਂ ਨੇ, ਉਹ ਕਦੇ ਵੀ ਆਸਾਨੀ ਨਾਲ ਜਿੱਤੀਆਂ ਨਹੀਂ ਜਾ ਸਕਦੀਆਂ, ਕਿਉਂਕਿ ਜਿਹੜੀ ਆਸਾਨੀ ਨਾਲ ਜਿੱਤੀ ਗਈ ਉਹ ਵੱਡੀ ਜੰਗ ਨਹੀਂ ਹੁੰਦੀ। ਇਹ ਵੱਡੀ ਜੰਗ ਆ, ਇਹਦੇ ਵਿੱਚ ਇਹੋ ਜਿਹੀਆਂ ਗੱਲਾਂ ਮਹਿੰਦਰ ਨੇ। ਬਾਕੀ ਉੱਥੇ ਜੇ ਚਾਹੇ ਗਾਜੀਪੁਰ ਆ ਤੇ ਚਾਹੇ ਟਿੱਕਰੀ ਹੈ ਤੇ ਚਾਹੇ ਸਿੰਘੂ ਬਾਰਡਰ ਹੈ, ਅਸੀਂ ਤਿੰਨਾਂ ਬਾਰਡਰਾਂ ਤੇ ਸਾਡੀ ਜਥੇਬੰਦੀ ਦੇ ਲੰਗਰ ਚੱਲਦੇ ਨੇ, ਤੇ ਇਹੋ ਜਿਹੀ ਕੋਈ ਗੱਲ ਨਹੀਂ, ਸਹਿਮ ਵਾਲੀ ਕੋਈ ਗੱਲ ਨਹੀਂ। ਤੁਸੀਂ ਵੱਧ ਤੋਂ ਵੱਧ ਪਹੁੰਚੋ। ਸਾਡੀਆਂ ਪਿੰਡੋਂ ਪਿੰਡ ਮੀਟਿੰਗਾਂ ਵੀ ਹੋ ਰਹੀਆਂ। ਸਾਡਾ ਇੱਥੇ ਆਉਣ ਦਾ ਕਾਰਨ ਵੀ ਇਹੀ ਹੈ ਕਿਉਂਕਿ 26 ਤੋਂ ਬਾਅਦ ਇੱਕ ਮਾਹੌਲ ਕ੍ਰੀਏਟ ਕੀਤਾ ਗਿਆ ਕਿ ਉੱਥੇ ਜੀ ਪਤਾ ਨਹੀਂ ਰਾਤ ਤੋਂ ਰਾਤ ਕੀ ਹੋ ਜਾਣਾ, ਪੁਲਿਸ ਨੇ ਕੀ ਕਰ ਦੇਣਾ। ਇਹੋ ਜਿਹੀ ਕੋਈ ਗੱਲ ਨਹੀਂ, ਕਿਉਂਕਿ ਜਦੋਂ ਤੁਹਾਡੀ ਸਟਰੈਂਥ ਹੁੰਦੀ ਆ, ਤੁਹਾਡਾ ਏਕਾ ਹੁੰਦਾ, ਤੇ ਵੱਡੀਆਂ ਵੱਡੀਆਂ ਸਰਕਾਰਾਂ ਨੂੰ ਝੁਕਣ ਲਈ ਮਜਬੂਰ ਹੋ ਜਾਣਾ ਪੈਂਦਾ। ਤੇ ਉਹਦੀ ਮਿਸਾਲ ਅਸੀਂ ਕਦੀ, ਮੈਂ ਤਾਂ ਸਮਝਦਾ ਪੰਜਾਬ ਕਦੇ ਗੁਲਾਮ ਰਿਹਾ ਹੀ ਨਹੀਂ। ਜੇ ਇੱਥੇ ਮੁਗਲਾਂ ਦਾ ਰਾਜ ਸੀ, ਤੇ ਕਿਉਂਕਿ ਸਾਡੀ ਸੋਚ, ਸਾਡੀ ਜ਼ਮੀਰ ਕਦੀ ਗੁਲਾਮ ਨਹੀਂ ਹੋਈ। ਅਸੀਂ ਮੁਗਲਾਂ ਦਾ ਵੀ ਵਿਰੋਧ ਕੀਤਾ, ਅਸੀਂ ਅੰਗਰੇਜ਼ਾਂ ਦਾ ਵੀ ਵਿਰੋਧ ਕੀਤਾ, ਤੇ ਇਹਨੂੰ ਤਾਂ 5 ਸਾਲ ਲਈ ਅਸੀਂ ਬਿਠਾ ਲਿਆ। 24 ਵਿੱਚ ਫਿਰ ਕੋਈ ਹੋਰ ਆ ਜਾਏਗਾ। ਐਡੀ ਕੋਈ ਡਰਨ ਵਾਲੀ ਗੱਲ ਨਹੀਂ। ਇਹ ਲੋਕਤੰਤਰਿਕ ਦੇਸ਼ ਆ। ਇੱਥੇ ਕੁਝ ਚਿਰ ਲਈ ਧੱਕੇਸ਼ਾਹੀ ਹੋ ਸਕਦੀ ਹੈ, ਜੇ ਸੋਚਣ ਕਿ ਸਾਨੂੰ ਖਰੇ ਇੱਥੇ ਕੋਈ ਪੱਕੀਆਂ ਗੱਦੀਆਂ ਮਿਲ ਗਈਆਂ ਤੇ 24 ਵਿੱਚ ਲੋਕ ਇਹਨਾਂ ਨੂੰ ਦੱਸ ਦੇਣਗੇ ਕਿ ਤੁਸੀਂ ਕੀ ਕਰ ਰਹੇ ਸੀ ਤੇ ਹੁਣ ਕੀ ਆ। ਸਾਰੇ ਲੋਕਾਂ ਨੂੰ, ਸਭ ਭਾਈਚਾਰਿਆਂ ਨੂੰ ਬੇਨਤੀ ਕਰਾਂਗਾ ਕਿ ਵੱਧ ਤੋਂ ਵੱਧ ਤੁਸੀਂ ਜਿੱਥੇ ਵੀ ਸਿੰਘੂ, ਟਿੱਕਰੀ ਜਾਂ ਗਾਜੀਪੁਰ ਪਹੁੰਚ ਸਕਦੇ ਹੋ ਪਹੁੰਚੋ। ਇਹੋ ਜਿਹੀ ਕੋਈ ਗੱਲ ਨਹੀਂ। ਜੇ ਮਾੜੀ ਮੋਟੀ ਹੁੰਦੀ ਆ ਸਾਡੇ ਨਾਲ ਸੰਪਰਕ ਕਰੋ, ਕਿਉਂਕਿ ਸਾਡੀ ਸਟਰੈਂਥ, ਸਾਡਾ ਏਕਾ, ਸਾਡੀ ਤਾਕਤ ਆ। ਇਹ ਤਾਕਤ ਤੇ ਅੱਗੇ ਅਸੀਂ ਸਰਕਾਰ ਨੂੰ ਝੁਕਾ ਕੇ ਛੱਡਾਂਗੇ ਜੀ। ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ। ਧੰਨਵਾਦ। ਸੋ ਇਸੇ ਸਾਡੇ ਨਾਲ ਕੁਲਵਿੰਦਰ ਜੀ, ਕਿਸਾਨੀ ਆਗੂ, ਜਿਨ੍ਹਾਂ ਨੇ ਸਾਡੇ ਨਾਲ ਵਿਸ਼ੇਸ਼ ਤੌਰ 'ਤੇ ਸਾਰੀ ਵਿਸਥਾਰ ਦੇ ਨਾਲ ਜਿਹੜੀ ਗੱਲਬਾਤ ਉਹ ਰੱਖੀ ਹੈ। ਸੋ ਆਸ ਕਰਦੇ ਹਾਂ ਤੇ ਕਿ ਸਰਕਾਰਾਂ ਨੂੰ ਜਲਦੀ ਸਮਝ ਆ ਜਾਵੇ ਤੇ ਜਲਦੀ ਕਿਸਾਨ ਜਿਹੜੇ ਨੇ ਫਤਿਹ ਹਾਸਲ ਕਰਕੇ ਆਉਣ, ਤੇ ਸਾਰੇ ਅਫਸਰਾਂ ਨੂੰ, ਵਾਕਈ ਅਫਸਰਸ਼ਾਹੀ, ਸਾਰਿਆਂ ਨੂੰ ਇਹ ਸੋਚਣਾ ਚਾਹੀਦਾ ਵੀ ਪਹਿਲ ਦੇ ਆਧਾਰ 'ਤੇ ਕਿਸਾਨਾਂ ਦਾ ਜਿਹੜਾ ਉਹ ਸਾਥ ਹੈ ਜ਼ਰੂਰ ਦੇਣਾ ਚਾਹੀਦਾ ਹੈ। ਸੋ ਇਸੇ ਦੇ ਨਾਲ ਮੈਨੂੰ, ਕੀਰਤੀ ਤੇ ਕੈਮਰਾਮੈਨ ਸ਼ੁਭਮ ਗਿੱਲ ਨੂੰ ਦਿਓ ਇਜਾਜ਼ਤ। ਧੰਨਵਾਦ।